ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਤ੍ਰਿਗ ਜੀਵਨ ਦੁਹਾਗਣੀ ਮੁਠੀ ਦੂਜੈ ਭਾਈ। ਸ਼ਬਦ ਦੀ ਪ੍ਰਰੰਭਤਾ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਪਾਵਨ ਬੋਲਾਂ ਨਾਲ ਕਰਦੇ ਨੇ। ਤ੍ਰਿਗ ਜੀਵਨ ਦੁਹਾਗਣੀ। ਤ੍ਰਿਗ ਤਿਰਕਾਰ ਯੋਗ ਸ਼ਬਦ। ਸਿਆਣੇ ਗੱਲ ਕਹਿੰਦੇ ਨੇ ਬਈ ਕਿਸੇ ਬੰਦੇ ਨੂੰ 100 ਵਾਰ ਫਿੱਟੇ ਮੂੰਹ ਕਹਿਣਾ ਹੋਵੇ ਨਾ, 100 ਵਾਰ, ਤੇ ਸਿਆਣੇ ਆਲਮ ਫਾਜ਼ਲ ਲੋਕ ਕਹਿੰਦੇ ਵੀ ਉਹਦੇ ਲਈ ਇੱਕ ਵਾਰ ਤ੍ਰਿਗ ਸ਼ਬਦ ਵਰਤ ਦਿਓ। 100 ਵਾਰ ਫਿੱਟੇ ਮੂੰਹ ਕਹਿਣ ਨਾਲੋਂ ਉਹਨੂੰ ਇੱਕ ਵਾਰ ਤ੍ਰਿਗ ਕਹਿ ਦਿਓ, ਤੇ ਇੱਕ ਵਾਰ ਤ੍ਰਿਗ ਸ਼ਬਦ 100 ਵਾਰ ਫਿੱਟੇ ਮੂੰਹ ਦੇ ਬਰਾਬਰ ਹੈ। ਹਜ਼ੂਰ ਕਹਿੰਦੇ ਨੇ ਤ੍ਰਿਗ ਜੀਵਨ ਦੁਹਾਗਣੀ। ਦੁਹਾਗਣੀ ਔਰ ਸੁਹਾਗਣੀ। ਜਿਹੜੀ ਸੁਹਾਗਵਤੀ ਹੈ, ਜਿਹਦੀ ਆਪਣੇ ਪਤੀ ਨਾਲ ਬਣ ਆਈ, ਉਹ ਸੁਹਾਗਣ ਹੈ। ਜਿਹੜੀ ਪਤੀ ਨਾਲ ਬਾਣੀ ਨਹੀਂ ਆਈ, ਉਹਨੂੰ ਦੁਹਾਗਣ ਕਵਾਂਗੇ। ਤੋ ਹਜ਼ੂਰ ਮੇਰ ਕਰ ਰਹੇ ਨੇ ਪਵਿੱਤਰ ਪਾਵਨ ਬੋਲ ਸ਼ਬਦ ਦੀ ਪ੍ਰਰੰਭਤਾ ਵਿੱਚ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਭਾਏ। ਦੁਹਾਗਣੀ ਕੀਆਂ ਨਿਸ਼ਾਨੀਆਂ ਖਸਮੋਂ ਕੁੱਥੀਆਂ ਫਿਰੈ ਨਿਮਾਨੀਆਂ। ਆਪਣੇ ਇਸ਼ਟ ਤੋਂ, ਆਪਣੇ ਪ੍ਰਮਾਤਮਾ ਤੋਂ ਉਹ ਭੁੱਲੀ ਗਈਆਂ ਤੇ ਹੋਰ ਨੂੰ ਪ੍ਰਮਾਤਮਾ ਜਾਣ ਕੇ ਪੂਜੀ ਜਾਣਾ। ਵੇਖਦੇ ਆ ਨਾ ਹੁਣ ਜਗਤ ਨੂੰ, ਜਿਹੜਾ ਜਗਤ ਦਾ ਮੂਲ ਮੋਢ ਹੈ ਪ੍ਰਮਾਤਮਾ, ਉਹਨੂੰ ਤਾਂ ਛੱਡ ਦਿੱਤਾ। ਮੂਲ ਨੂੰ ਛੱਡ ਕੇ ਬੰਦਾ ਸ਼ਾਖਾਂ ਤੋਂ ਟਾਹਣੀਆਂ ਤੋਂ ਸੁੱਖ ਭਾਲੇ, ਇਹ ਨਹੀਂ ਹੋ ਸਕਦਾ। ਬਚਨੇ ਘੋਰ ਵਿਚਾਰ ਅਧੀਨ ਸਤਿਗੁਰਾਂ ਦਾ ਚੇਤੇ ਆਇਆ, ਮੈਂ ਉਹ ਅਰਜ਼ ਕਰਦਿਆਂ। ਹਜ਼ੂਰ ਮਿਹਰ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਗਰੀਬ ਨਵਾਜ ਕਹਿੰਦੇ ਵੀ ਮਾਂ ਤ੍ਰਿਪਤਾ ਇੱਕ ਦਿਨ ਘਰ ਵਿੱਚ, ਘਰ ਦੀ ਨੁੱਕਰੇ ਚੱਕੀ ਦੇ ਉੱਪਰ ਦਾਣੇ ਪੀ ਰਹੀ ਹੈ। ਮਾਂ ਜਦੋਂ ਦਾਣੇ ਪੀ ਕੇ ਹਟੀ ਤੇ ਉਸ ਮਾਂ ਨੇ ਉੱਪਰਲਾ ਪੁੜ ਚੱਕੀ ਦਾ ਹਟਾ ਦਿੱਤਾ ਤੇ ਪਰੋਲਾ ਲੈ ਕੇ ਨਾ ਕੱਪੜਾ, ਉਹਦੇ ਨਾਲ ਚੱਕੀ ਦੇ ਸੱਜੇ ਖੱਬੇ ਅੱਗੇ ਪਿੱਛੇ ਜਿਤਨਾ ਕੋਈ ਪੀਂਦਿਆਂ ਆਟਾ ਡੁੱਲਿਆ ਸੀ ਜਾਂ ਚੱਕੀ ਨੂੰ ਲੱਗਾ, ਉਹਦੇ ਨਾਲ ਮਾਂ ਨੇ ਕੂਚਣਾ ਚਾਹਿਆ ਵੀ ਇਹ ਆਟੇ ਨੂੰ ਕੋਈ ਕੁੱਤਾ ਬਿਲਾ ਕੇ ਚੱਟੇ ਨਾ। ਜਦੋਂ ਮਾਂ ਨੇ ਉਹ ਚੱਕੀ ਦਾ ਪੁੜ ਉੱਤੋਂ ਚੁੱਕ ਕੇ ਹਟਾਇਆ ਤੇ 4-5 ਦਾਣੇ ਸਾਬਤ ਉਹ ਚੱਕੀ ਦੇ ਧੁਰੇ ਦੇ ਨਾਲ ਸਾਬਤ ਬਚ ਗਏ। ਮਾਂ ਬੜੀ ਹੈਰਾਨ ਹੋਈ ਬੇ ਪੁੱਤਰ 10 ਸੇਰ ਉੱਪਰੋਂ ਦਾਣੇ ਪਾਏ ਤੇ ਪੁੜਾ ਨੇ ਸਾਰਿਆਂ ਨੂੰ ਦਲ ਦਿੱਤਾ, ਸਾਰਿਆਂ ਦਾ ਆਟਾ ਬਣਾ ਦਿੱਤਾ, ਤੇ ਆਹ 4-5 ਦਾਣੇ ਸਾਬਤ ਬਚ ਗਏ। ਮਾਂ ਹੈਰਾਨ, ਤੇ ਕੋਲ ਹੀ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਿਰਾਜੇ ਸਨ। ਕਹਿਣ ਲੱਗੇ ਮਾਂ ਹੈਰਾਨ ਹੋਣ ਦੀ ਲੋੜ ਨਹੀਂ। ਪੁੱਤਰ ਕਿਉਂ ਨਾ ਹੈਰਾਨ ਹੋਵਾਂ? ਮਾਂ ਇਸ ਕਰਕੇ ਹੈਰਾਨ ਹੋਣ ਦੀ ਲੋੜ ਨਹੀਂ, ਇਹ 4-5 ਦਾਣੇ ਸਾਬਤ ਤਾਂ ਬਚ ਗਏ ਨੇ, ਇਹਨਾਂ ਨੇ ਆ ਚੱਕੀ ਦੇ ਧੁਰੇ ਨੂੰ, ਕੇਂਦਰ ਨੂੰ ਨਹੀਂ ਛੱਡਿਆ। ਮਾਂ ਜੇ ਛੱਡ ਦਿੰਦੇ ਨਾ, ਇਹਨਾਂ ਪੁੜਾਂ ਨੇ ਇਹਨਾਂ ਦਾ ਮਲੀਆ ਮੇਟ ਕਰਦੇ, ਇਹਨਾਂ ਨੂੰ ਵੀ ਬਾਕੀ ਦੇ ਦਾਣਿਆਂ ਵਾਂਗੂ ਪੀਠ ਦੇਣਾ ਸੀ। ਸਾਡਾ ਕੇਂਦਰ ਬਿੰਦੂ ਕੀ ਹੈ? ਪ੍ਰਮਾਤਮਾ। ਮੂਲ ਮੁੱਢ ਕੀ ਹੈ? ਇੱਕ ਅਕਾਲ ਪੁਰਖ ਰੱਬ। ਉਹਨੂੰ ਛੱਡ ਦਿੱਤਾ। ਬੰਦਾ ਕਦੀ ਕਿਸੇ ਕਬਰ ਤੇ ਭੱਜਾ ਜਾਂਦਾ ਚਾਦਰ ਲੈ ਕੇ, ਕਦੀ ਕਿਸੇ ਚਰਾਏ 'ਚ, ਕਦੀ ਕਿਤੇ ਨੱਕ, ਕਦੀ ਪਿੱਪਲ ਨੂੰ, ਕਦੀ ਜੰਡੀ ਨੂੰ, ਕਦੀ ਬੋੜ ਨੂੰ। ਤੇ ਫਿਰ ਇਹ ਮਨਮੱਤ ਦੇ ਪੁੜ ਕਚੂੰਬਰ ਨਹੀਂ ਬੰਦੇ ਦਾ ਕੱਢਣਗੇ, ਇਹਨੂੰ ਦਲਣਗੇ ਨਹੀਂ, ਤੇ ਹੋਰ ਕੀ ਹੋਏਗਾ? ਸਤਿਗੁਰਾਂ ਦੀ ਬਾਣੀ ਦਾ ਬਚਨ ਹੈ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ। ਮਾਂ ਪੀ ਰਹੀ ਹੈ ਦੋਨਾਂ ਚੱਕੀ ਦੇ ਪੁੜਾਂ ਨਾਲ, ਔਰ ਜੋ ਦਰ ਰਹਿ, ਜਿਹੜੇ ਚੱਕੀ ਦੇ ਕੇਂਦਰ ਬਿੰਦੂ ਨਾਲ, ਧੁਰੇ ਨਾਲ ਜੁੜ ਗਏ, ਸੋ ਉਭਰੇ, ਉਹ ਬਚ ਗਏ। ਨਾਨਕ ਅਜਬ ਡਿੱਠ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਾਂ ਇਹ ਹੈ
ਹੈ ਹੈਰਾਨੀ ਵਾਲੀ ਬਾਤ ਵੀ ਇਹ ਆਪਣੇ ਕੇਂਦਰ ਧੁਰੇ ਨਾਲ ਜੁੜੇ ਰਹੇ ਨੇ। ਕੇਂਦਰ ਧੁਰਾ ਸਾਡਾ ਪ੍ਰਮਾਤਮਾ ਹੈ, ਉਹਦੇ ਨਾਲ ਜੁੜੇ ਰਵਾਂਗੇ ਤੇ ਬਾਣੀ ਕਰ ਕਹਿੰਦੇ ਬਚ ਜਾਾਂਗੇ। ਉਹਨੂੰ ਛੱਡ ਦਿੱਤਾ ਤੇ ਵੇਖਦੇ ਆ ਨਾ ਫਿਰ ਕੀ ਹੋ ਰਿਹਾ ਹੈ। ਕੋਈ ਕਿਤੇ ਭੱਜਾ ਜਾਂਦਾ ਹੈ, ਕੋਈ ਕਿਤੇ ਕੋਈ ਕਿਤੇ, ਪਰ ਜਦੋਂ ਮੂਲ ਨੂੰ ਮੁੱਢ ਨੂੰ ਛੱਡ ਦਿੱਤਾ ਹੈ ਤੇ ਫਿਰ ਸੁੱਖ ਕਿਵੇਂ ਮਿਲੇਗਾ? ਨਹੀਂ ਮਿਲ ਸਕਦਾ, ਕਿਉਂਕਿ ਮੂਲ ਨਾਲ ਜੁੜਿਆ ਹੀ ਸੁੱਖ ਦੀ ਪ੍ਰਾਪਤੀ ਹੈ। ਮੂਲ ਪ੍ਰਮਾਤਮਾ ਹੈ। ਬੰਦਾ ਪ੍ਰਮਾਤਮਾ ਨੂੰ ਛੱਡ ਕੇ ਪ੍ਰਮਾਤਮਾ ਦੇ ਪੈਦਾ ਕੀਤਿਆਂ ਨੂੰ ਪ੍ਰਮਾਤਮਾ ਸਮਝ ਕੇ ਪੂਜ ਰਿਹਾ ਹੈ। ਇਹਦੇ ਤੋਂ ਵੱਡਾ ਹੋਰ ਅਗਿਆਨੀ ਕੌਣ ਹੋ ਸਕਦਾ? ਹੋਰ ਭੁੱਲੜ ਕੌਣ ਹੋ ਸਕਦਾ? ਹਜ਼ੂਰ ਮੇਰ ਕਰ ਰਹੇ ਨੇ, ਤ੍ਰਿਗ ਜੀਵਨ ਦੁਹਾਗਣੀ। ਤ੍ਰਿਕਾਰ ਜੋਗ ਹੈ ਉਸ ਜੀਵ ਇਸਤਰੀ ਦਾ ਜੀਵਨ ਜਿਸ ਦੁਹਾਗਣੀ ਨੇ ਆਪਣੇ ਕੰਤ ਨੂੰ, ਪ੍ਰਮਾਤਮਾ ਪਤੀ ਨੂੰ ਜਾਣਿਆ ਹੀ ਨਹੀਂ। ਸਭ ਕਹਿੰਦੇ ਨੇ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਭਾਏ। ਦੂਜੇ ਭਾਅ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੀ ਵਾਰ ਆਇਆ ਹੈ। ਦੂਜੇ ਭਾਵ ਦੇ ਅਰਥ ਕੀ ਨੇ? ਬਈ ਜਿਹੜੇ ਇੱਕ ਪ੍ਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਨੂੰ ਪ੍ਰਮਾਤਮਾ ਜਾਣ ਕੇ ਪੂਜ ਰਹੇ ਨੇ, ਉਹ ਦੂਜਾ ਭਾਵ ਹੈ। ਇੱਕ ਪ੍ਰਮਾਤਮਾ ਨੂੰ ਛੱਡ ਦਿੱਤਾ, ਪ੍ਰਮਾਤਮਾ ਦੇ ਕੀਤੇ ਪੈਦਾ ਕੀਤੇ ਹੋਏ ਕਿਸੇ ਪਸ਼ੂ ਪੰਛੀ ਨੂੰ, ਕਿਸੇ ਮਨੁੱਖ ਨੂੰ ਰੱਬ ਜਾਣ ਕੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ ਵੀ ਇਹ ਹੀ ਪ੍ਰਮਾਤਮਾ ਹੈ, ਇਹ ਹੀ ਰੱਬ ਹੈ। ਇਹਨੂੰ ਬਾਣੀ ਦੂਜਾ ਭਾਵ ਕਹਿੰਦੀ। ਬਈ ਜਿਹੜਾ ਪ੍ਰਮਾਤਮਾ ਹੈ ਉਹਨੂੰ ਨਹੀਂ ਜਾਣਿਆ, ਬਲਕਿ ਕਿਸੇ ਮਨੁੱਖ ਨੂੰ, ਪਸ਼ੂ ਪੰਛੀ ਨੂੰ ਰੱਬ ਜਾਣ ਕੇ ਪੂਜਣਾ ਸ਼ੁਰੂ ਕਰਤਾ, ਇਹ ਦੂਜਾ ਭਾਵ ਹੈ। ਹੁਣ ਸੁਹਾਗਵਤੀ ਉਹ ਹੈ ਜਿਹੜੀ ਆਪਣੇ ਕੰਤ ਪਤੀ ਨਾਲ ਜੁੜੀ ਹੋਈ, ਜਿਹਨੂੰ ਪਤੀ ਤੇ ਵਿਸ਼ਵਾਸ ਹੈ, ਯਕੀਨ, ਤੇ ਜਿਹੜੀ ਆਪਣੇ ਕੰਤ ਪਤੀ ਨੂੰ ਛੱਡ ਕੇ ਕਦੀ ਇੱਧਰ ਕਦੀ ਉੱਧਰ ਕਦੀ ਉੱਧਰ, ਉਹਨੂੰ ਬਾਣੀ ਕਰ ਕਹਿੰਦੇ ਦੁਹਾਗਣ ਹੈ। ਹੁਣ ਜਿਹੜੇ ਮੂਲ ਪ੍ਰਮਾਤਮਾ ਮੁੱਢ ਨੂੰ ਛੱਡ ਕੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ, ਸਵੇਰੇ ਕਿਤੇ ਮੱਥਾ ਟੇਕਣਾ, ਦੁਪਹਿਰੇ ਕਿਤੇ, ਸ਼ਾਮ ਨੂੰ ਕਿਤੇ, ਤੇ ਬਾਣੀ ਕਰ ਕਹਿੰਦੇ ਨੇ ਅਸਲ ਵਿੱਚ ਉਹ ਵੀ ਦੁਹਾਗਣਾ ਹੀ ਨੇ ਜਿਹੜੇ ਇੱਕ ਪ੍ਰਮਾਤਮਾ ਨੂੰ ਛੱਡ ਕੇ ਦੂਜੇ ਤੀਜੇ ਚੌਥੇ ਨੂੰ ਰੱਬ ਜਾਣ ਕੇ, ਪਤੀ ਜਾਣ ਕੇ, ਪ੍ਰਮਾਤਮਾ ਜਾਣ ਕੇ ਪੂਜ ਰਹੇ ਨੇ। ਹੁਣ ਅੱਜ ਇਹਨਾਂ ਪਾਵਨ ਬੋਲਾਂ ਨੂੰ ਸਾਹਮਣੇ ਰੱਖ ਕੇ ਆਪਣੇ ਆਪ ਨੂੰ ਪੜਚੋਲਣ ਦੀ ਲੋੜ ਹੈ ਵੀ ਕੀ ਗੁਰੂ ਨਾਨਕ ਸਾਹਿਬ ਦੇ ਨਜ਼ਰੀਏ ਮੁਤਾਬਕ ਮੇਰੀ ਗਿਣਤੀ ਦੁਹਾਗਣਾ ਵਿੱਚ ਹੈ ਕਿ ਮੇਰੀ ਗਿਣਤੀ ਸੁਹਾਗਣਾ ਵਿੱਚ? ਪੁੱਛਣ ਦੀ ਲੋੜ ਹੈ ਆਪਣੇ ਆਪ ਨੂੰ, ਕਿਸੇ ਨੂੰ ਨਹੀਂ ਵੀ ਇਹ ਸੁਹਾਗਣ ਹੈ ਕਿ ਦੁਹਾਗਣ। ਆਪਣੇ ਆਪ ਨੂੰ ਵੇਖੀਏ ਵੀ ਜੇ ਤਾਂ ਗੁਰੂ ਦੇ ਬੋਲਾਂ ਮੁਤਾਬਕ ਇੱਕ ਰੱਬ ਤੋਂ ਬਿਨਾ ਦੂਜਾ ਖਿਆਲ ਵੀ ਨਹੀਂ ਆਉਂਦਾ, ਤੇ ਫਿਰ ਗੁਰੂ ਕਹਿ ਰਿਹਾ ਵੀ ਤੂੰ ਸੁਹਾਗਣ ਆ ਭਾਈ। ਤੇ ਜੇ ਇੱਕ ਦਾ ਖਿਆਲ ਪ੍ਰਮਾਤਮਾ ਦਾ ਆਇਆ ਹੀ ਨਹੀਂ, ਕਦੀ ਕਿਤੇ ਕਦੀ ਕਿਤੇ, ਤੇ ਫਿਰ ਗੁਰੂ ਸਾਹਿਬ ਕਹਿੰਦੇ ਦੁਹਾਗਣ, ਜਿਹੜੀ ਦੂਜੇ ਭਾਵ ਵਿੱਚ ਵਿਚਰ ਰਹੀ। ਮਹਾਰਾਜ ਮੇਰ ਕਰਦੇ ਨੇ ਤ੍ਰਿਗ ਜੀਵਨ ਉਸ ਜੀਵ ਇਸਤਰੀ ਦਾ ਜੀਵਨ ਤ੍ਰਿਕਾਰ ਜੋਗ ਹੈ ਜਿਹੜੀ ਮੁੱਠੀ ਦੂਜੇ ਭਾਏ, ਜਿਹੜੀ ਦੂਜੇ ਭਾਵ ਵਿੱਚ ਠੱਗੀ ਗਈ, ਮੁੱਠੀ ਗਈ, ਜਿਹਨੂੰ ਇੱਕ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹਦੇ ਚਿੱਤ ਚੇਤੇ ਵਿੱਚ ਨਹੀਂ ਆਇਆ ਜੀ। ਕਲਰ ਕੀਰੀ ਕੰਧ ਜਿਉ ਐਨਸ ਕਿਰਟਹਿ ਪਾਈ। ਵਾਰਨੇ ਬਲਿਹਾਰਨੇ ਜਾਈਏ ਸਤਿਗੁਰਾਂ ਤੋਂ, ਸਮਝਾਉਣਾ ਮਨੁੱਖ ਨੂੰ ਹੈ, ਸਮਝਾਉਣ ਵਾਸਤੇ ਉਦਾਹਰਨਾਂ ਬਾਕਮਾਲ ਪੇਸ਼ ਕੀਤੀਆਂ। ਅੱਜ ਜਿਸ ਸ਼ਹਿਰ ਵਿੱਚ ਅਸੀਂ ਤੁਸੀਂ ਰਹਿ ਰਹੇ ਹਾਂ, ਵੈਸੇ ਤਾਂ ਪਿੰਡਾਂ ਨਗਰਾਂ ਦੀ ਇਹ ਦਾਸਤਾਨ ਸਮਝਣੀ ਹੋਵੇ ਤੇ ਜ਼ਿਆਦਾ ਹੈ, ਪਰ ਇਹ ਨਕਸ਼ਾ ਹੁਣ ਕਲਰ ਕੇਰੀ ਕੰਧ ਜਿਉ ਐਨਸ ਕਿਰ ਢਹਿ ਪਾਏ, ਇਹ ਹੁਣ ਅਜੋਕੇ ਸਮੇਂ ਵਿੱਚ ਸਾਨੂੰ ਅੱਜ ਸ਼ਹਿਰਾਂ ਔਰ ਸਾਡੇ ਘਰਾਂ ਵਿੱਚ ਵੀ ਮਿਲ ਜਾਂਦਾ। ਅਸੀਂ ਤੁਸੀਂ ਮਕਾਨ ਲਿਆ ਹੈ, ਨਵਾਂ ਬਣਿਆ, ਅਜੇ ਚੰਦ ਰੋਜ਼ ਪਹਿਲਾਂ ਕਿਸੇ ਪ੍ਰਾਪਰਟੀ ਡੀਲਰ ਨੇ ਬਣਾਇਆ ਹੈ। ਉਹਨੇ ਮਟੀਰੀਅਲ ਜਿਹੜਾ ਲਾਇਆ, ਇੱਟਾਂ ਵੀ ਕਿਸੇ ਕਲਰ ਵਾਲੇ ਭੱਠੇ ਤੋਂ ਲਿਆਂਦੀਆਂ, ਜਿਹੜਾ ਉਹਦੇ ਵਿੱਚ ਕੰਕਰੀਟ ਇਤਿਆਦਿਕ ਜਿੰਨਾ ਮਟੀਰੀਅਲ ਉਹ ਵੀ ਮਾੜਾ, ਭਈ ਬਚਤ ਹੋ ਜਾਏ, ਮੈਂ ਇੱਕ ਵਾਰ ਉਸਾਰ ਦੇਣਾ, ਮੁੜ ਕੇ ਮੈਂ ਕਿਹੜਾ ਰਹਿਣਾ। ਉਹ ਫਿਰ ਕੀ ਹੁੰਦਾ ਹੈ, ਅਸੀਂ ਤੁਸੀਂ ਪੈਸੇ ਲਾ ਕੇ ਲੈ ਲੈਨੇ ਆ, ਫਿਰ ਉਹ ਬੜਾ ਵਧੀਆ ਰੰਗ ਰੋਗਨ ਕਰਵਾ ਕੇ
6 ਕੁ ਮਹੀਨੇ ਪੈਂਦੇ ਨੇ ਤੇ ਬੜੇ ਵਧੀਆ ਪੇਂਟ ਦੇ ਵਿੱਚੋਂ ਹੌਲੀ ਹੌਲੀ ਕਲਰ ਉਹ ਕੰਧ ਦੇ ਨਾਲੋਂ ਦੀਵਾਰਾਂ ਦੇ ਨਾਲੋਂ ਝੜਨਾ ਸ਼ੁਰੂ ਹੋ ਜਾਂਦਾ। ਫਿਰ ਬੜੇ ਪਰੇਸ਼ਾਨ ਹੁੰਨੇ ਬਈ ਇੰਨੇ ਪੈਸੇ ਵੀ ਲਾ ਦਿੱਤੇ, ਇਹ ਬਣਿਆ ਕੀ? ਤੋ ਜਦੋਂ ਪੁੱਛ ਪ੍ਰਤੀਤ ਕਰੀਦੀ ਤੇ ਸਿਆਣੇ ਕਹਿੰਦੇ ਵੀ ਇਹ ਜਿੰਨਾ ਮਟੀਰੀਅਲ ਲੱਗਾ ਹੈ ਇਹ ਵਧੀਆ ਕਿਸਮ ਦਾ ਨਹੀਂ, ਘਟੀਆ ਲੱਗਾ ਹੈ, ਔਰ ਘਟੀਆ ਕਾਰਨ ਇਹਦੇ ਵਿੱਚੋਂ ਕਲਰ ਸਿਮ ਰਿਹਾ। ਮਿੱਟੀ ਮਾੜੀ ਸੀ ਔਰ ਉਹਦੇ ਵਿੱਚ ਸਸਤਾ ਹੋਣ ਕਾਰਨ ਪ੍ਰੋਫਿਟ ਜ਼ਿਆਦਾ ਸੀ, ਅਗਲਿਆਂ ਲਾ ਕੇ ਨੰਗ ਹੈ। ਹਜ਼ੂਰ ਮਹਾਰਾਜ ਕਹਿੰਦੇ ਵੀ ਕਲਰ ਦੀ ਜਿਹੜੀ ਕੰਧ ਹੈ ਉਹ ਹੌਲੀ ਹੌਲੀ ਪੁਰਦਿਆਂ ਖੁਰਦਿਆਂ ਢਹਿ ਜਾਂਦੀ ਹੈ। ਦੁਹਾਗਣੀ ਦਾ ਜੀਵਨ ਦੂਜੇ ਭਾਵ ਵਿੱਚ ਵਿਚਰਦਿਆਂ ਮਹਾਰਾਜ ਕਹਿੰਦੇ ਕਲਰ ਵਰਗੀ ਕੰਧ ਵਰਗਾ ਹੈ। ਉਹ ਕਦੀ ਵਹਿਮਾਂ, ਕਦੀ ਭਰਮਾਂ ਵਿੱਚ, ਕਦੀ ਪਖੰਡਾਂ ਵਿੱਚ, ਕਦੀ ਕਿਤੇ ਇਸ ਤਰ੍ਹਾਂ ਸਾਰਾ ਜੀਵਨ ਜਿਹੜਾ ਹੈ ਉਹ ਵਹਿਮਾਂ ਭਰਮਾਂ ਵਿੱਚ ਕਲਰ ਵਾਂਗੂ ਖੁਰ ਜਾਂਦਾ ਹੈ, ਕਿਸੇ ਅਰਥ ਨਹੀਂ ਰਹਿੰਦਾ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਲਰ ਕੇਰੀ ਕੰਧ ਜਿਉ ਐਨ ਸਕਿਰ ਢਹਿ ਪਾਏ। ਉਸੇ ਤਰ੍ਹਾਂ ਜੀਵਨ ਜਿਹੜਾ ਵਹਿਮਾਂ ਭਰਮਾਂ ਦੇ ਢਹਿ ਚੜ ਗਿਆ, ਹੌਲੀ ਹੌਲੀ ਭੁਰਦਾ ਰਿਹਾ, ਹੌਲੀ ਹੌਲੀ ਖਤਮ ਹੁੰਦਾ ਗਿਆ, ਔਰ ਵਹਿਮ ਭਰਮ ਦੇ ਕਲਰ ਨੇ ਇਸ ਜ਼ਿੰਦਗੀ ਨੂੰ ਬਰਬਾਦ ਤਬਾਹ ਕਰਕੇ ਰੱਖ ਦਿੱਤਾ ਜੀ। ਬਿਨ ਸਬਦੈ ਸੁਖ ਨਾ ਥੀਐ, ਫਿਰ ਬਿਨ ਦੁਖ ਨਾ ਜਾਏ। ਸਤਿਗੁਰੂ ਫਿਰ ਇਸ ਪਰੇਸ਼ਾਨੀ ਦਾ ਹੱਲ ਵੀ ਦੱਸਦੇ ਨੇ। ਇਹ ਨਹੀਂ ਵੀ ਸਿਰਫ ਰੋਗ ਦੱਸ ਦਿੱਤਾ ਵੀ ਭਾਈ ਜਾ ਕੇ ਹੁਣ ਲੱਭਦਾ ਫਿਰ ਇਲਾਜ ਇਹਦਾ ਤੂੰ ਕਰਵਾ। ਇਹ ਬਖਸ਼ਿੰਦ ਸਤਿਗੁਰਾਂ ਦਾ ਸੁਭਾਅ ਹੈ ਬਾਣੀਕਾਰਾਂ ਦਾ ਵੀ ਸਾਨੂੰ ਰੋਗ ਵੀ ਦੱਸ ਦਿੰਦੇ ਨੇ ਤੇ ਰੋਗ ਦੇ ਨਾਲ ਨਾਲ ਹੀ ਨਾ ਫਿਰ ਇਹ ਵੀ ਦੱਸ ਦਿੰਦੇ ਵੀ ਭਾਈ ਇਹਦਾ ਆ ਇਲਾਜ ਹੀ ਜੇ ਕਰ ਸਕਦੇ ਤੇ ਕਰ ਲਾ, ਤੇਰਾ ਭਲਾ ਹੋਏਗਾ। ਹੁਣ ਰੋਗ ਦੱਸ ਦਿੱਤਾ ਸਤਿਗੁਰਾਂ ਨੇ ਵੀ ਸਾਨੂੰ ਵਹਿਮਾਂ ਭਰਮਾਂ ਦਾ ਕਲਰ ਖਾ ਰਿਹਾ ਹੈ, ਔਰ ਘਰਾਂ ਦੇ ਘਰ ਵਹਿਮਾਂ ਭਰਮਾਂ ਨੇ ਉਜਾੜ ਕੇ ਪੁੱਟ ਕੇ ਲੁੱਟ ਕੇ ਰੱਖ ਦਿੱਤੇ ਨੇ, ਘਰਾਂ ਦੇ ਘਰ ਉਜੜ ਗਏ। ਗੁਰੂ ਸਾਹਿਬ ਕਹਿੰਦੇ ਇਸ ਸਮੱਸਿਆ ਦਾ ਸਮਾਧਾਨ ਹੱਲ ਜਿਹੜਾ ਹੈ ਉਹ ਇੱਕੋ ਹੀ ਹੈ, ਪਰ ਉਹ ਅਸੀਂ ਕਰਨਾ ਨਹੀਂ ਚਾਹੁੰਦੇ। ਅਸੀਂ ਤਾਂ ਕਰਨਾ ਚਾਹੁੰਦੇ ਹਾਂ ਵੀ ਹੱਥ ਨਾ ਹਿਲਾਉਣਾ ਪਵੇ ਤੇ ਕਰ ਕੋਈ ਦੇਵੇ ਅਸੀਂ ਰੁਪਈਏ ਦੇ ਦਿਆਂਗੇ, ਔਰ ਇਦਾਂ ਹੁੰਦਾ ਨਹੀਂਗਾ। ਇਦਾਂ ਗੱਲ ਬਣਦੀ ਹੁੰਦੀ ਤੇ ਸਮਾਜ ਜਗਤ ਇੰਨਾ ਪਰੇਸ਼ਾਨ ਥੋੜਾ ਦਿਸਦਾ। ਤੁਸੀਂ ਕਿਸੇ ਬੰਦੇ ਨੂੰ 2 ਮਿੰਟ ਰੋਕ ਕੇ ਵੇਖੋ ਔਰ ਉਹ ਦੁੱਖਾਂ ਦੀਆਂ ਪੰਡਾਂ ਚੁੱਕੀ ਫਿਰਦਾ, ਮੌਕਾ ਨਹੀਂ ਉਹਨੂੰ ਮਿਲਦਾ ਖੋਲਣ ਦਾ। ਤੁਸੀਂ ਮਾੜਾ ਜਿਹਾ ਛੇੜ ਕੇ ਵੇਖੋ ਤੇ ਬੰਦਾ ਆਪਣੇ ਦੁੱਖਾਂ ਦੀਆਂ ਪੰਡਾਂ ਖੋਲ ਕੇ ਧਰ ਦਿੰਦਾ, ਮੈਨੂੰ ਆ ਵੀ ਪਰੇਸ਼ਾਨੀ, ਆ ਵੀ। ਗੁਰੂ ਸਾਹਿਬ ਉਹਨਾਂ ਪਰੇਸ਼ਾਨੀਆਂ ਦਾ ਹੱਲ ਦੱਸਦੇ ਨੇ, ਪਰ ਉਹ ਹੈ ਬੜਾ ਟਫ, ਹੈ ਬੜਾ ਔਖਾ, ਔਰ ਉਹਨੂੰ ਕੋਈ ਭਾਗਾਂ ਵਾਲਾ ਕਰਦਾ ਹੈ। ਬਹੁਤੇ ਅਸੀਂ ਜਿਹੜੇ ਵਿਚਰਨ ਵਾਲੇ ਆ ਉਹ ਸਾਡਾ ਸੁਭਾਅ ਬਣਿਆ ਵੀ ਸੁਖੀ ਮੈਂ ਹੋ ਜਾ ਤੇ ਮੇਰੇ ਸੁੱਖ ਦੀ ਖਾਤਰ ਕਮਾਈ ਮੈਨੂੰ ਸੁਖੀ ਹੋਣ ਵਾਸਤੇ ਕੋਈ ਦੂਜਾ ਕਰ ਦੇਵੇ, ਔਰ ਗੱਲ ਤਾਈਓ ਨਹੀਂ ਬਣਦੀ। ਤਾਈਓ ਬੰਦਾ ਕੋਈ ਵਾਸਤੂ ਸ਼ਾਸਤਰ ਵਾਲੇ ਪਾਸੇ ਭੱਜਿਆ ਫਿਰਦਾ, ਕੋਈ ਪੱਤਰੀਆਂ ਵਾਲੇ ਪਾਸੇ ਭੱਜਿਆ ਫਿਰਦਾ, ਕੋਈ ਦੂਜੇ ਸਿਆਣੇ ਤੀਜੇ ਸਿਆਣੇ, ਭਈ ਸੌਖਿਆਂ ਗੱਲ ਬਣ ਜੇ। ਮਹਾਰਾਜ ਕਹਿੰਦੇ ਬਣੇਗੀ ਉਦੋਂ ਜਦੋਂ ਅਸੀਂ ਗੁਰੂ ਦੀ ਗੱਲ ਨੂੰ ਚਿੱਤ ਵਿੱਚ ਧਰਾਂਗੇ। ਲਓ ਹੁਣ ਕੰਨ ਤੇ ਮਨ ਦੋਨੋਂ ਦੇ ਕੇ ਸੁਣਿਓ ਭਈ ਗੁਰੂ ਇਸ ਸਮੱਸਿਆ ਦਾ ਸਮਾਧਾਨ ਹੱਲ ਕੀ ਦੱਸਦਾ ਹੈ। ਗੁਰੂ ਇਹ ਨਹੀਂ ਕਹਿੰਦਾ ਵੀ ਕਿਸੇ ਸਿਆਣੇ ਕੋਲ ਜਾ ਕੇ ਇੰਨੀ ਮਾਇਆ ਦੇ ਦੇ ਤੇ ਉਹ ਤੈਨੂੰ ਕੁਛ ਬਣਾ ਦੇਗਾ, ਤੂੰ ਜਾ ਕੇ ਪਾਣੀ ਚ ਰੋੜ ਆਈ ਤੇ ਗੱਲ ਹੱਲ ਹੋ ਜਾਏਗਾ। ਇਹੀ ਹੱਲ ਕਰਦੇ ਨੇ ਨਾ ਬਈ ਜਾਂ ਨਗ ਲੈ ਜਾ ਚਿੱਟੇ ਰੰਗ ਦਾ, ਇਹਨੂੰ ਕਿਸੇ ਮੁੰਦੀ ਛਾਪ ਛੱਲੇ ਚ ਬਣਾ ਕੇ ਆਪਣੀਆਂ ਉਂਗਲਾਂ ਚ ਪਾਲਾ ਤੇ ਰਾਹੂ ਕੇਤੂ ਤੇਰੇ ਨੇੜੇ ਨਹੀਂ ਆਉਣਗੇ। ਅਕਸਰ ਦੁਨੀਆ ਦੇ ਲੋਕ ਸੌਖੇ ਢੰਗ ਨਾਲ ਸੁਖੀ ਹੋਣਾ ਚਾਹੁੰਦੇ ਨੇ, ਪਰ ਗੱਲ ਨਹੀਂ ਬਣ ਰਹੀ, ਬੰਦਾ ਤਾਂ ਵੀ ਪਰੇਸ਼ਾਨ ਹੈ। ਮੈਂ ਵੇਖਿਆ ਲੋਕਾਂ ਦੀਆਂ ਉਂਗਲਾਂ ਭਰੀਆਂ ਪਈਆਂ ਨੇ, ਪਰ ਉਹਨਾਂ ਦਾ ਪੇਸ਼ ਨਹੀਂ ਚੱਲਦੀ। ਉਹ ਇੱਕ ਚ ਦੋ ਹੋਰ ਫਸਾ ਕੇ ਤੁਰੇ ਫਿਰਦੇ ਵੀ ਹੁਣ ਵੀ ਗੱਲ ਬਣ ਜੇ। ਤੇ ਮੈਂ ਕਈ ਵਾਰ ਹੱਸਦਾ ਹੁੰਦਾ ਵੀ ਤੁਸੀਂ ਭਾਵੇਂ ਪੈਰਾਂ ਵਾਲੀਆਂ ਉਂਗਲਾਂ ਵੀ ਭਰ ਲਓ, ਜਦੋਂ ਇਹ ਬਿਮਾਰੀ ਦਾ ਇਲਾਜ ਹੀ ਤੁਸੀਂ ਠੀਕ ਨਹੀਂ ਕਰਵਾ ਰਹੇ। ਹੋ ਸਿਰ ਦਰਦ ਰਿਹਾ ਹੈ ਤੇ ਬੰਦਾ ਗਿੱਟੇ ਗੋਡਿਆਂ ਦੀ ਦਵਾਈ ਲਈ ਜਾਵੇ ਮੈਂ ਠੀਕ ਹੋ ਜਾ, ਕਿਵੇਂ ਗੱਲ ਬਣੂਗੀ? ਜਿੱਥੇ ਦਰਦ ਹੈ, ਜਿਹੜੀ ਪਰੇਸ਼ਾਨੀ ਹੈ, ਉਹਦਾ ਇਲਾਜ ਸ਼ੁਰੂ ਹੀ ਨਹੀਂ ਕੀਤਾ। ਇਵੇਂ ਹੀ ਹੋ ਰਿਹਾ ਹੈ। ਸਤਿਗੁਰੂ ਮਿਹਰ ਕਰ ਰਹੇ ਨੇ, ਪਵਿੱਤਰ ਪਾਵਨ ਬਚਨ ਬਖਸ਼ਿਸ਼ ਕੀਤੋ ਨੇ
ਕਹਿੰਦੇ ਨੇ ਬਿਨ ਸ਼ਬਦੈ ਸੁਖ ਨਾ ਥੀਐ। ਸੁਖੀ ਹੋਣਾ ਚਾਹੁੰਦੇ ਆ ਨਾ, ਤੇ ਗੁਰੂ ਸਾਹਿਬ ਕਹਿੰਦੇ ਵੀ ਸ਼ਬਦ ਤੋਂ ਬਿਨਾ ਸੁਖੀ ਹੋਇਆ ਹੀ ਨਹੀਂ ਜਾ ਸਕਦਾ। ਹੁਣ ਕਿੰਨੇ ਕੁ ਜਾਣੇ ਆ ਜਿਹੜੇ ਅਸੀਂ ਸ਼ਬਦ ਦੇ ਵਿੱਚੋਂ ਸੁੱਖ ਭਾਲਦੇ ਆ। ਦੂਜੇ ਤੀਜੇ ਸਿਆਣਿਆਂ ਦੀ ਬੜੀ ਦੱਸ ਪੈਂਦੀ ਵੀ ਫਲਾਣੀ ਥਾਂ ਤੇ ਬੜਾ ਪਹੁੰਚਿਆ ਈ, ਮੈਂ ਸੁਖੀ ਹੋ ਗਿਆ, ਤੂੰ ਵੀ ਚੱਲ। ਔਰ ਇਹ 10 ਪੁੱਛਾਂ ਵਿੱਚ ਸਮਾਜ ਉਜੜ ਰਿਹਾ। ਕਿੰਨੇ ਕੁ ਲੋਕ ਨੇ ਜਿਨ੍ਹਾਂ ਸਾਨੂੰ ਅੱਜ ਤੱਕ ਇਹ ਦੱਸਿਆ ਵੀ ਭਾਈ ਮੈਂ ਸ਼ਬਦ ਨਾਲ ਜੁੜਿਆ ਤੇ ਮੈਨੂੰ ਸ਼ਬਦ ਵਿੱਚੋਂ ਸੁੱਖ ਮਿਲਿਆ, ਮੈਂ ਬਾਣੀ ਪੜ੍ਹਨੀ ਵਿਚਾਰਨੀ ਸ਼ੁਰੂ ਕੀਤੀ ਏ, ਬਾਣੀ ਨੂੰ ਅਮਲ ਵਿੱਚ ਲਿਆਂਦਾ, ਮੈਂ ਸੁਖੀ ਹੋ ਗਿਆ। ਕਿੰਨੇ ਕੁ ਮਿਲਦੇ ਨੇ? ਨਹੀਂ ਮਿਲਦੇ, ਤਾਈਓ ਦੁਖੀ ਆ। ਸਤਿਗੁਰੂ ਮਿਹਰ ਕਰ ਰਹੇ ਨੇ, ਬਿਨ ਸ਼ਬਦੈ ਸੁਖ ਨਾ ਥੀਐ। ਸ਼ਬਦ ਤੋਂ ਬਿਨਾ ਸੁਖੀ ਨਹੀਂ ਹੋ ਸਕਦੇ। ਅਸੀਂ ਅੱਜ ਤੱਕ ਸੁਖੀ ਹੋਣਾ ਹੀ ਸ਼ਬਦ ਤੋਂ ਬਿਨਾ ਚਾਹੁੰਦੇ ਆ। ਇਸ ਲਈ ਸਨਿਮਰ ਬੇਨਤੀ ਹੈ, ਗੁਰੂ ਸਵਾਰੀ ਸਾਧ ਸੰਗਤ, ਪ੍ਰਣ ਕਰੀਏ ਘਰਾਂ ਵਿੱਚ, ਬਾਣੀ ਦੀਆਂ ਪੋਥੀਆਂ ਰੱਖੀਏ, ਦਰਪਣ ਰੱਖੀਏ, ਸਹਿਜ ਪਾਠ ਸਮੁੱਚਾ ਪਰਿਵਾਰ ਮਿਲ ਕੇ ਸ਼ੁਰੂ ਕਰੀਏ। ਬੱਚਿਆਂ ਨੂੰ ਕੋਲ ਬਿਠਾਈਏ, ਆਪ ਇੱਕ ਸ਼ਬਦ ਪੜ੍ਹੀਏ, ਇੱਕ ਸ਼ਬਦ ਬੇਟੇ ਨੂੰ ਕਹੀਏ ਪੁੱਤਰ ਤੂੰ ਪੜ੍ਹ, ਲਹੋਣੇ ਦੇ ਪੁੱਤਰ ਅਰਥ ਕਰੀਏ। ਬੱਚੀ ਨੂੰ ਕਹੀਏ, ਮਾਂ ਬੈਠੀ ਹੋਵੇ, ਪਿਓ ਬੈਠਾ, ਇਸ ਪ੍ਰਕਾਰ ਬਾਣੀ ਨੂੰ, ਸ਼ਬਦ ਨੂੰ ਖੋਜੀਏ, ਕਿਉਂਕਿ ਸ਼ਬਦ ਵਿੱਚੋਂ ਸੁੱਖ ਮਿਲਣਾ ਹੈ। ਅਸੀਂ ਸ਼ਬਦ ਨੂੰ ਖੋਜ ਹੀ ਨਹੀਂ ਰਹੇ। ਅਸੀਂ ਕਹਿੰਦੇ ਵੀ ਬਿਨਾਂ ਸ਼ਬਦ ਤੋਂ ਗੱਲ ਬਣ ਜਾਏ, ਔਰ ਨਹੀਂ ਬਣ ਰਹੀ, ਔਰ ਬਣਨੀ ਵੀ ਨਹੀਂ। ਸਤਿਗੁਰਾਂ ਨੇ ਸਾਨੂੰ ਸ਼ਬਦ ਦਿੱਤਾ ਹੈ, ਬਾਣੀ ਦਿੱਤੀ ਹੈ, ਔਰ ਸ਼ਬਦ ਸੁਖੀ ਕਰੇਗਾ। ਆਪ ਜੀ ਕਹੋਗੇ ਕਿ ਸ਼ਬਦ ਦੇ ਰਾਹੀਂ ਸੁਖੀ ਹੋ ਸਕਦੇ ਆ। ਲਓ ਤੁਹਾਡੇ ਸਾਹਮਣੇ ਇੱਕ ਜਟਕੀ ਜੀ ਉਦਾਹਰਨ ਪੇਸ਼ ਕਰਦਾ। ਮਾਂ ਦਾ ਪੁੱਤਰ ਗਿਆ ਹੈ ਵਿਦੇਸ਼। ਉਹਨੇ ਵਿਦੇਸ਼ ਤੋਂ ਫੋਨ ਕੀਤਾ ਵੀ ਮਾਂ ਮੈਂ ਆਉਣ ਵਾਲੀ ਫਲਾਣੀ ਤਰੀਕ ਨੂੰ ਘਰ ਆ ਰਿਹਾ। ਸਾਰੇ ਟੱਬਰ ਦੇ ਪੈਰ ਨਹੀਂ ਪੁੰਜੇ ਲੱਗਦੇ। ਪੁੱਛੀਦਾ ਕੀ ਹੋਇਆ, ਤੇ ਭੈਣ ਦੱਸਦੀ ਮੇਰਾ ਵੀਰ ਪ੍ਰਦੇਸ਼ ਗਿਆ ਸੀ, ਵਾਪਸ ਆ ਰਿਹਾ। ਸ਼ਬਦ ਹੀ ਆਏ ਨੇ, ਵੀਰ ਤਾਂ ਕੋਈ ਨਹੀਂ ਨਾ ਆਇਆ। ਸ਼ਬਦ ਆਇਆ ਤੇ ਸ਼ਬਦ ਨਾਲ ਸਾਰੇ ਪਰਿਵਾਰ ਨੂੰ ਚਾਅ ਚੜਿਆ ਹੋਇਆ ਹੈ। ਤੇ ਇਹ ਜਿਹੜਾ ਸ਼ਬਦ ਸਾਨੂੰ ਸਤਿਗੁਰਾਂ ਨੇ ਬਾਣੀ ਰੂਪ ਰਾਹੀਂ ਦਿੱਤਾ ਹੈ, ਕਿ ਇੱਕ ਮਾਂ ਦਾ ਪੁੱਤਰ ਸੁਣਿਆ ਸ਼ਬਦ ਰਾਹੀਂ ਭੇਜਦਾ ਘਰ, ਤੇ ਸਾਰਾ ਪਰਿਵਾਰ ਸੁਖੀ ਹੋ ਸਕਦਾ। ਸਾਡੇ ਤਾਂ ਸਤਿਗੁਰਾਂ ਨੇ, ਬਾਣੀਕਾਰਾਂ ਨੇ ਸਾਨੂੰ ਬਾਣੀ ਰੂਪ ਰਾਹੀਂ ਗੁਰੂ ਬਖਸ਼ਿਆ, ਸ਼ਬਦ ਰੂਪ ਰਾਹੀਂ, ਕਿ ਉਹਨੂੰ ਧਿਆਨ ਨਾਲ ਸੁਣਾਂਗੇ ਤੇ ਅਸੀਂ ਸੁਖੀ ਨਹੀਂ ਹੋ ਸਕਦੇ। ਹੋ ਸਕਦੇ ਹਾਂ, ਪਰ ਮਾਫੀ ਮੰਗ ਮੈਂ ਅਰਜ਼ ਕਰਾਂ, ਅਸੀਂ ਸ਼ਬਦ ਵਾਲੇ ਪਾਸੇ ਧਿਆਨ ਦਿੰਦੇ ਹੀ ਨਹੀਂ। ਧਿਆਨ ਹੈ ਹੀ ਨਹੀਂ। ਜੇ ਧਿਆਨ ਬਣ ਜਾਏ, ਅੱਜ ਪਰੇਸ਼ਾਨੀਆਂ ਦਾ ਹੱਲ ਹੋ ਸਕਦਾ ਹੈ। ਸਤਿਗੁਰੂ ਕਹਿੰਦੇ ਬਿਨ ਸ਼ਬਦੈ ਸੁਖ ਨਾ ਥੀਐ। ਸ਼ਬਦ ਤੋਂ ਬਿਨਾ ਸੁਖੀ ਨਹੀਂ ਹੋ ਸਕਦੇ। ਜੇ ਸੁਖੀ ਹੋਣਾ ਚਾਹੁੰਦੇ ਆ, ਅੱਜ ਸ਼ਬਦ ਨਾਲ ਜੁੜ ਜਾਈਏ, ਅੱਜ ਸ਼ਬਦ ਨੂੰ ਵਿਚਾਰੀਏ, ਸ਼ਬਦ ਨੂੰ ਸਮਝੀਏ, ਔਰ ਸਮਝ ਕੇ ਉਹਨੂੰ ਜੀਵਨ ਵਿੱਚ ਜੀਈਏ। ਸ਼ਬਦ ਕੀ ਕਹਿੰਦਾ ਹੈ? ਸਤਿਗੁਰੂ ਕਹਿੰਦੇ ਨੇ ਬਿਨ ਸ਼ਬਦੈ ਸੁਖ ਨਾ ਥੀਐ, ਪਿਰ ਬਿਨ ਦੁੱਖ ਨਾ ਜਾਏ। ਸ਼ਬਦ ਤੋਂ ਬਿਨਾ ਸੁਖੀ ਨਹੀਂ ਹੋਣਾ, ਤੇ ਪ੍ਰਮਾਤਮਾ ਨੂੰ, ਰੱਬ ਨੂੰ ਮਿਲੇ ਤੋਂ ਬਿਨਾ, ਉਹਨੂੰ ਧਿਆਏ ਤੋਂ ਬਿਨਾ ਜੀਵਨ ਵਿੱਚੋਂ ਦੁੱਖ ਕਦੀ ਜਾ ਨਹੀਂ ਸਕਦਾ ਜੀ। ਆਪ ਸੁਜਾਨ ਨਾ ਭੁਲਾਈ, ਸੱਚਾ ਵੱਡ ਕਿਰਸਾਨ। ਹਜ਼ੂਰ ਮਿਹਰ ਕਰਦੇ ਨੇ, ਅਕਾਲ ਪੁਰਖ ਪ੍ਰਮਾਤਮਾ ਆਪ ਸੁਜਾਨ। ਸੁਜਾਨ ਜਿਹੜਾ ਸਿਆਣਾ ਹੈ, ਉਹ ਨਹੀਂ ਭੁੱਲਦਾ। ਮਹਾਰਾਜ ਕਹਿੰਦੇ ਨੇ ਆਪ ਸੁਜਾਨ ਨਾ ਭੁੱਲਈ, ਸੱਚਾ ਵੱਡ ਕਿਰਸਾਨ। ਕਿਰਸਾਨ ਨੂੰ ਅਜੇ ਉਹਨੇ ਸ਼ਮਾਈ ਦੀ ਫਸਲ ਕੱਟੀ, ਤੇ ਤੁਸੀਂ ਵੇਖੋ ਉਹ ਕਹਿੰਦਾ ਘਰ ਖਾਣ ਵਾਸਤੇ ਬਾਅਦ ਰੱਖਾਂਗੇ, ਜਿਹੜੀ ਅਗਲੀ ਸ਼ਮਾਈ ਨੂੰ ਫਸਲ ਬੀਜਣੀ ਹੈ ਨਾ ਪੁੱਤਰ, ਪਹਿਲਾਂ ਉਹ ਬੀਜ ਸੋਧ ਕੇ ਭੜੋਲੇ 'ਚ ਪਾ ਲਓ। ਕਿਉਂ ਬਾਪੂ ਜੀ, ਪਹਿਲਾਂ ਖਾਣ ਵਾਸਤੇ ਰੱਖੀਏ? ਉਹ ਕਹਿੰਦਾ ਨਹੀਂ ਪੁੱਤਰ, ਖਾਣ ਵਾਸਤੇ ਬਾਅਦ ਰੱਖ ਲਾਂਗੇ, ਪਹਿਲਾਂ ਜਿਹੜੀ ਅਗਲੀ ਸ਼ਮਾਈ ਨੂੰ ਫਸਲ ਬੀਜਣੀ ਉਹਦਾ ਬੀਜ ਸੰਭਾਲੋ। ਸਿਆਣਾ ਹੈ ਨਾ ਕਿਰਸਾਨ, ਉਹਨੂੰ ਪਤਾ ਹੈ ਵੀ ਜੇ ਬੀਜ ਹੀ ਨਾ ਹੋਇਆ ਤੇ ਬੀਜਾਂਗੇ ਕੀ। ਔਰ 6-6 ਮਹੀਨੇ ਸਾਲ ਦੀ ਪਹਿਲੋਂ ਪਲੈਨਿੰਗ ਬਣਾਈ ਹੈ, ਕੀ ਬੀਜਣਾ ਹੈ, ਕਿੱਦਾਂ ਦਾ ਬੀਜਣਾ ਹੈ, ਔਰ ਕਿਹੜੀ ਕਿਹੜੀ ਖੁਰਾਕ ਪਾਉਣੀ ਹੈ। ਸਿਆਣੇ ਕਿਰਸਾਨ ਦੀ ਨਿਸ਼ਾਨੀ। ਹਜ਼ੂਰ ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਬੜਾ ਸੁਚੱਜਾ ਔਰ ਬੜਾ ਵਧੀਆ ਔਰ ਸੱਚਾ ਕਿਰਸਾਨ ਹੈ। ਪ੍ਰਮਾਤਮਾ ਕਿਹੜੀ ਕਿਰਸਾਨੀ ਕਰਦਾ ਹੈ ਜੀ?
ਅਗਲੇਰੀਆਂ ਪੰਕਤੀਆਂ ਵਿਆਖਿਆ ਕਰਦੀਆਂ ਹਨ। ਪਹਿਲਾ ਧਰਤੀ ਸਾਧਕੈ ਸਚ ਨਾਮ ਦੀ ਦਾਨ। ਸੱਚਾ ਵੱਡ ਕਿਰਸਾਨ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਹਿਲਾਂ ਸਾਡੀ ਹਿਰਦੇ ਰੂਪੀ ਧਰਤੀ ਨੂੰ ਸਾਧਦੇ ਨੇ, ਇਹਨੂੰ ਸਵੱਛ ਬਣਾਉਂਦੇ ਨੇ, ਤੇ ਫਿਰ ਆਪਣੇ ਸੱਚੇ ਨਾਮ ਦਾ ਬੀਜ ਵਿੱਚ ਬੋ ਦਿੰਦੇ ਨੇ। ਸਿਆਣਾ ਕਿਰਸਾਨ ਉਹਨੂੰ ਕਵਾਂਗੇ ਜਿਹੜਾ ਜ਼ਮੀਨ ਦੇ ਅਨੁਕੂਲ ਬੀਜ ਬੀਂਦਾ ਹੈ, ਔਰ ਰੁੱਤ ਨੂੰ ਵੀ ਵੇਖਦਾ ਹੈ, ਜ਼ਮੀਨ ਨੂੰ ਵੀ ਵੇਖਦਾ ਹੈ ਵੀ ਮੇਰੀ ਜ਼ਮੀਨ ਵੱਤਰ ਹੈ, ਇਸ ਫਸਲ ਨੂੰ ਮੰਨਦੀ ਹੈ। ਇਹ ਨਾ ਹੋਵੇ ਵੀ ਫਸਲ ਮੰਨਦੀ ਨਾ ਹੋਵੇ ਜ਼ਮੀਨ ਤੇ ਉਹਦੇ ਵਿੱਚ ਬੀਜ ਹੋਰ ਦੇਵੇ, ਗੱਲ ਨਹੀਂ ਬਣੇਗੀ। ਫਿਰ ਉਹ ਆਸ ਉਮੀਦ ਨਾ ਰੱਖੇ। ਅਕਾਲ ਪੁਰਖ ਪ੍ਰਮਾਤਮਾ ਸੱਚਾ ਵੱਡਾ ਕਿਰਸਾਨ ਹੈ, ਔਰ ਉਹ ਸਾਡੀਆਂ ਹਿਰਦੇ ਰੂਪੀ ਧਰਤੀ ਨੂੰ ਜਦੋਂ ਅਕਾਲ ਪੁਰਖ ਨੇ ਸੱਚ ਦਾ ਨਾਮ ਰੂਪੀ ਬੀਜ ਬਖਸ਼ਣਾ ਹੈ, ਤੇ ਪਹਿਲਾਂ ਅਕਾਲ ਪੁਰਖ ਪ੍ਰਮਾਤਮਾ ਵੇਖਦਾ ਵੀ ਇਹਦੀ ਹਿਰਦੇ ਰੂਪੀ ਧਰਤੀ ਇਸ ਸੱਚ ਨਾਮ ਰੂਪੀ ਬੀਜ ਨੂੰ ਪ੍ਰਵਾਨ ਕਰੇਗੀ ਕਿ ਨਹੀਂ। ਤੇ ਜੇ ਕਰਨੀ ਨਹੀਂ, ਉਥੇ ਵਿਕਾਰਾਂ ਦਾ ਕਲਰ ਹੀ ਹੈ, ਉਥੇ ਲੋਭ ਦਾ ਲਾਲਚ ਦਾ ਸ਼ੋਰਾ ਹੀ ਪਿਆ ਹੋਇਆ ਹੈ, ਤੇ ਉਥੇ ਜਿੰਨਾ ਮਰਜ਼ੀ ਕੀਮਤੀ ਨਾਮ ਹੋਵੇ ਉਹ ਕੋ ਨਹੀਂ ਉਗਣਾ। ਜ਼ਮੀਨ ਕਰਲਾਠੀ ਹੋਵੇ, ਤੁਸੀਂ ਜਿੰਨਾ ਵਧੀਆ ਕਿਸਮ ਦਾ ਜਾ ਕੇ ਸੀਡ ਬੀਜ ਉਥੇ ਬੀਜ ਦਿਓ, ਔਰ ਜਿਹੜਾ ਬੀਜੋਗੇ ਉਹ ਵੀ ਪੱਲਿਓਂ ਗਵਾ ਬੈਠਾਂਗੇ। ਕਿਉਂ? ਜ਼ਮੀਨ ਕਰਲਾਠੀ ਹੈ, ਜਿਹੜਾ ਕੋਲੋਂ ਬੀਜਿਆ ਉਹ ਵੀ ਨਹੀਂ ਆਇਆ। ਇਸੇ ਤਰ੍ਹਾਂ ਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਸਾਡੀ ਹਿਰਦੇ ਰੂਪੀ ਧਰਤੀ ਵੇਖਦੇ ਨੇ, ਤੇ ਉਹ ਵੇਖ ਕੇ ਫਿਰ ਬਖਸ਼ਿਸ਼ ਕਰਦੇ ਨੇ। ਜਿਹੜੀ ਧਰਤੀ ਸਵੱਛ ਹੋਵੇ, ਵਿਸ਼ੇ ਵਿਕਾਰਾਂ ਤੋਂ ਕਲਰ ਤੋਂ ਬਚੀ ਹੋਵੇ, ਉਹਦੇ ਵਿੱਚ ਸੱਚ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਵੱਡ ਕਿਰਸਾਨ ਜਿਹੜਾ ਹੈ ਇਸ ਪ੍ਰਕਾਰ ਬਖਸ਼ ਦਿੰਦੇ ਹਨ। ਨੌ ਨਿਧ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ। ਤੇ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਫਿਰ ਉਹ ਨਾਮ ਜਦੋਂ ਹਿਰਦੇ ਰੂਪ ਵਿੱਚ ਪ੍ਰਫੁੱਲਤ ਹੁੰਦਾ ਹੈ, ਤੇ ਨੌ ਨਿਧੀਆਂ ਦਾ ਮਾਨੋ ਖਜ਼ਾਨਾ ਅਕਾਲ ਪੁਰਖ ਦੀ ਬਖਸ਼ਿਸ਼ ਕਿਰਪਾ ਦੇ ਨਾਲ ਪ੍ਰਗਟ ਹੋ ਜਾਂਦਾ ਹੈ। ਗੁਰ ਕੋ ਜਾਣ ਨਾ ਜਾਣਈ ਕਿਆ ਤਿਸ ਚੱਜ ਆਚਾਰ। ਹਜ਼ੂਰ ਮਿਹਰ ਕਰਦੇ ਨੇ ਵੀ ਕਈ ਅਣਜਾਣ ਭੁੱਲੜ ਜੀਵ ਇਸਤਰੀਆਂ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਚੱਜ ਨਾਲ ਨਹੀਂ ਜਾਣਦੀਆਂ। ਗੁਰੂ ਕੀ ਕਹਿੰਦਾ ਹੈ, ਗੁਰੂ ਦੇ ਉਪਦੇਸ਼ ਵਾਲੇ ਪਾਸਿਓਂ ਅਣਜਾਣ ਰਹਿੰਦੀਆਂ ਹਨ। ਅੰਧਲੇ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ। ਔਰ ਗੁਰੂ ਦੇ ਉਪਦੇਸ਼ ਵਾਲੇ ਪਾਸੇ ਧਿਆਨ ਨਹੀਂ। ਗੁਰੂ ਕੀ ਕਹਿੰਦਾ ਹੈ, ਜਦੋਂ ਗੁਰੂ ਦੇ ਗਿਆਨ ਵਾਲੇ ਪਾਸੇ ਧਿਆਨ ਨਹੀਂ ਤਾਂ ਸੁਭਾਵਕ ਜੀਵ ਗੁਰੂ ਦੇ ਗਿਆਨ ਵਾਲੇ ਪਾਸਿਓਂ ਅੰਧਾ ਹੈ, ਤੇ ਅੰਧਾ ਬੰਦਾ ਉਹਨੂੰ ਦਰ ਦੀਆਂ ਠੋਕਰਾਂ, ਉਹਨੂੰ ਵਹਿਮ ਭਰਮ ਦੇ ਠੇਡੇ ਲੱਗਣਗੇ ਹੀ ਲੱਗਣਗੇ। ਗੁਰੂ ਗਿਆਨ ਸਾਡੇ ਹਿਰਦਿਆਂ ਨੂੰ ਜਦੋਂ ਗੁਰੂ ਬਖਸ਼ਦਾ ਹੈ, ਅਸੀਂ ਸੁਜਾਖੇ ਹੋ ਜਾਂਦੇ ਹਾਂ। ਸਾਨੂੰ ਪਤਾ ਲੱਗਦਾ ਹੈ ਬਈ ਕੀ ਕਰਨ ਆਏ ਆ ਔਰ ਅਸੀਂ ਕੀ ਕਰ ਰਹੇ ਹਾਂ। ਹਜ਼ੂਰ ਮਿਹਰ ਕਰਦੇ ਨੇ, ਅੰਧੁਲੇ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ। ਅੰਨੇ ਜੀਵ ਨੇ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਵਿਸਾਰਿਆ, ਭੁਲਾਇਆ, ਔਰ ਉਹ ਅਗਿਆਨਤਾ ਦੇ ਅੰਧੇਰੇ ਵਿੱਚ ਭਰਮ ਰਿਹਾ, ਟੱਕਰਾਂ ਖਾ ਰਿਹਾ ਹੈ। ਆਵਣ ਜਾਣ ਨ ਚੁਕਾਈ ਮਰ ਜਨਮੈ ਹੋਈ ਖੁਆਰ। ਇਹੋ ਜਿਹੇ ਅਗਿਆਨੀ ਅੰਧੇ ਜੀਵ ਦਾ ਜਗਤ ਦੇ ਤਾਰਨਹਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ, ਜਿਹੜਾ ਜਗਤ ਵਿੱਚ ਆਉਣਾ ਤੇ ਜਗਤ ਤੋਂ ਜਾਣਾ, ਜੰਮਣ ਮਰਨ, ਇਹ ਨਹੀਂ ਖਤਮ ਹੋ ਸਕਦਾ। ਉਹਦਾ ਆਉਣਾ ਜਾਣਾ ਬਣਿਆ ਹੀ ਰਹੇਗਾ। ਕਈ ਵਾਰ ਉਹ ਜੰਮੇਗਾ, ਕਈ ਵਾਰ ਮਰੇਗਾ, ਔਰ ਇਹ ਜੰਮਣ ਮਰਨ ਜਿਹੜਾ ਤਾਂ ਮਿਟ ਸਕਦਾ ਹੈ, ਤਾਂ ਚੁੱਕਿਆ ਜਾ ਸਕਦਾ ਹੈ, ਜਦੋਂ ਗੁਰੂ ਦੀ ਉਪਦੇਸ਼ ਨੂੰ, ਗੁਰੂ ਦੇ ਬਚਨਾਂ ਨੂੰ ਧਿਆਨ ਨਾਲ ਸੁਣਾਂਗੇ ਗੁਰੂ ਕੀ ਕਹਿੰਦਾ ਹੈ, ਔਰ ਉਹਨੂੰ ਕਮਾਵਾਂਗੇ। ਇਹ ਆਵਣ ਜਾਣ ਤਾਂ ਮਿਟ ਸਕਦਾ ਹੈ। ਚੰਦਨ ਮੂਲ ਅਨਾਇਆ ਗੁੰਗੂ ਮੰਗ ਸੰਧੂਰ। ਹਜ਼ੂਰ ਮਿਹਰ ਕਰਦੇ ਨੇ ਵੀ ਇੱਕ ਭੈਣ ਸੁਹਾਗਣ ਜੀਵ ਇਸਤਰੀ ਨੇ ਘਰ ਵਿੱਚ ਨਾ ਚੰਦਨ ਵੀ ਮੰਗਾ ਲਿਆ, ਮਾਂਗ ਵਿੱਚ ਭਰਨ ਵਾਸਤੇ ਸੰਧੂਰ ਵੀ ਮੰਗਾ ਲਿਆ,
ਬਈ ਇਹ ਚੀਜ਼ਾਂ ਦਾ ਮੈਂ ਹਾਰ ਸ਼ਿੰਗਾਰ ਕਰਨਾ ਕਾਹਦੇ ਲਈ? ਮੇਰਾ ਕੰਤ ਪਤੀ ਖੁਸ਼ ਹੋ ਜਾਵੇਗਾ। ਚੋਆ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ। ਔਰ ਚੰਦਨ ਵੀ ਮੰਗਾ ਕੇ ਰੱਖ ਲਿਆ, ਪਾਨ ਵੀ ਮੰਗਾ ਕੇ ਰੱਖ ਲਈ, ਸੁਗੰਧੀ ਅਤਰ ਇਤਿਆਦਿਕ ਕੇ ਸਾਰੀ ਸਮੱਗਰੀ ਮੰਗਾ ਕੇ ਹਾਰ ਸ਼ਿੰਗਾਰ ਵਾਸਤੇ ਜੀਵ ਇਸਤਰੀ ਨੇ ਆਪਣੇ ਕੋਲ ਇਕੱਤਰ ਕਰ ਲਈ ਜੀ। ਜੇ ਧਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ। ਹਜ਼ੂਰ ਕਹਿੰਦੇ ਨੇ ਇਹ ਅਤਰ, ਇਹ ਸੁਗੰਧੀ, ਇਹ ਸਾਰਾ ਪਾਨ ਕਪੂਰ ਇਤਿਆਦਿਕ ਜਿਤਨੀ ਸਮੱਗਰੀ ਹਾਰ ਸ਼ਿੰਗਾਰ ਦੀ ਇਕੱਠੀ ਕੀਤੀ ਔਰ ਉਹਨੂੰ ਹਾਰ ਸ਼ਿੰਗਾਰ ਵਿੱਚ ਵਰਤ ਵੀ ਲਿਆ, ਪਰ ਜੇਕਰ ਕੰਤ ਪਤੀ ਖੁਸ਼ ਹੀ ਨਹੀਂ ਹੋਇਆ ਤੇ ਫਿਰ ਉਹ ਸਾਰਾ ਕੀਤਾ ਹੋਇਆ ਖਰਚ ਅਡੰਬਰ ਵਿਅਰਥ ਚਲੇ ਗਿਆ ਨਾ। ਹਜ਼ੂਰ ਕਹਿੰਦੇ ਬੰਦਿਆ ਤੂੰ ਧਰਮ ਦੇ ਇਹ ਸ਼ਿੰਗਾਰ ਕਰਦਾ, ਮੁਬਾਰਕ ਕਰ, ਪਰ ਇਹ ਗੱਲ ਚੇਤੇ ਰੱਖ ਵੀ ਜਿਸ ਦੀ ਖਾਤਰ ਕਰਨੇ ਨੇ, ਜਿਹਦੀ ਪ੍ਰਸੰਨਤਾ ਲੈਣੀ ਹੈ, ਜਿਹਦੀ ਖੁਸ਼ੀ ਲੈਣੀ ਹੈ ਪ੍ਰਮਾਤਮਾ ਦੀ, ਉਹ ਤਾਂ ਰਿੱਝਿਆ ਹੀ ਨਹੀਂ, ਉਹ ਤਾਂ ਖੁਸ਼ ਹੀ ਨਹੀਂ ਹੋਇਆ। ਤੇ ਉਹਦੀ ਖੁਸ਼ੀ ਤੋਂ ਬਿਨਾ ਇਹ ਸਾਰੇ ਅਡੰਬਰ ਕੂੜ ਝੂਠੇ ਹਨ। ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ। ਮਹਾਰਾਜ ਕਿਰਪਾ ਕਰਦੇ ਨੇ, ਕਹਿਣ ਲੱਗੇ ਅਕਾਲ ਪੁਰਖ ਪ੍ਰਮਾਤਮਾ ਨਹੀਂ ਖੁਸ਼ ਹੋਇਆ, ਨਹੀਂ ਰਿੱਝਿਆ, ਤੇ ਉਹਦੀ ਪ੍ਰਸੰਨਤਾ ਤੋਂ ਬਿਨਾ, ਉਹਦੀ ਖੁਸ਼ੀ ਤੋਂ ਬਿਨਾ ਇਹ ਜੋ ਕੁਝ ਕੀਤਾ ਇਹ ਸਭ ਕੁਝ ਵਿਅਰਥ ਰਹਿ ਗਿਆ ਜੀ। ਜਬ ਲਗ ਸ਼ਬਦ ਨਾ ਭੇਦੀਐ ਕਿਉਂ ਸੋ ਹੈ ਗੁਰਦੁਆਰ। ਹਜ਼ੂਰ ਮਿਹਰ ਕਰਦੇ ਨੇ, ਹੇ ਭਾਈ ਜਿੰਨੀ ਦੇਰ ਸ਼ਬਦ ਵਿੱਚ ਇਹ ਚਿੱਤ ਨਹੀਂ ਵਿੰਨਿਆ ਜਾਏਗਾ, ਜਿੰਨੀ ਦੇਰ ਇਸ ਮਨੂਏ ਨੂੰ, ਇਸ ਚਿੱਤ ਨੂੰ ਗੁਰੂ ਦਾ ਸ਼ਬਦ ਨਹੀਂ ਚੰਗਾ ਲੱਗੇਗਾ, ਭੇਦਿਆ ਦਾ ਅਰਥ ਹੈ ਵਿੰਨਿਆ ਜਾਣਾ, ਓਨੀ ਦੇਰ ਅਸੀਂ ਗੁਰੂ ਦੇ ਦਰ ਤੇ ਸ਼ੋਭਾ ਦੇ ਪਾਤਰ ਨਹੀਂ ਬਣ ਸਕਦੇ। ਹੁਣ ਗੁਰੂ ਦੇ ਦਰ ਤੇ ਜੇ ਅਸੀਂ ਭਾਉਣਾ ਚਾਹੁੰਦੇ ਆ, ਚੰਗੇ ਲੱਗਣਾ ਚਾਹੁੰਦੇ ਆ, ਤੇ ਫਿਰ ਜੋ ਗੁਰੂ ਕਹਿੰਦਾ ਉਹ ਕਰਨਾ ਪਏਗਾ। ਇਹ ਨਹੀਂ ਵੀ ਜੋ ਸੰਸਾਰ ਕਹਿੰਦਾ ਉਹ ਕਰੀਏ ਤੇ ਚੰਗੇ ਗੁਰੂ ਨੂੰ ਲੱਗ ਜਾਈਏ, ਨਹੀਂ ਗੱਲ ਬਣੇਗੀ। ਹਜ਼ੂਰ ਕਹਿੰਦੇ ਜੇ ਗੁਰੂ ਦੇ ਦੁਆਰੇ ਤੇ ਸ਼ੋਭਣਾ ਹੈ, ਚੰਗਾ ਲੱਗਣਾ ਹੈ, ਤੇ ਫਿਰ ਜੋ ਗੁਰੂ ਕਹਿੰਦਾ ਹੈ ਸ਼ਬਦ ਦੇ ਰਾਹੀਂ ਉਹਦੇ ਵਿੱਚ ਆਪਣੇ ਚਿੱਤ ਨੂੰ ਵਿੰਨ ਲਾ, ਉਹ ਕੁਝ ਕਰ ਜੋ ਗੁਰੂ ਕਹਿੰਦਾ। ਔਰ ਜਿਉਂ-ਜਿਉਂ ਤੂੰ ਗੁਰੂ ਦੀ ਸਿੱਖਿਆ ਤੇ ਤੁਰੇਗਾ, ਚੱਲੇਗਾ, ਤੇ ਤੂੰ ਗੁਰੂ ਦੇ ਦਰ ਤੇ ਸ਼ੋਭਾ ਦਾ ਪਾਤਰ ਬਣ ਜਾਵੇਂਗਾ। ਨਾਨਕ ਧਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ। ਸ਼ਬਦ ਦੇ ਅਖੀਰ ਵਿੱਚ ਸਤਿਗੁਰੂ ਮਿਹਰ ਕਰਦੇ ਨੇ, ਹੇ ਨਾਨਕ ਉਹ ਜਿੰਦਾਂ, ਉਹ ਵੱਡਿਆਂ ਭਾਗਾਂ ਵਾਲੀਆਂ ਜੀਵ ਇਸਤਰੀਆਂ ਧਨ ਨੇ ਉਹ ਸੁਹਾਗਣਾ ਕਿਹੜੀਆਂ? ਜਿਨ ਸ਼ਹਿ ਨਾਲ ਪਿਆਰ, ਜਿਨ੍ਹਾਂ ਦਾ ਆਪਣੇ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਪਤੀ ਦੇ ਨਾਲ ਪਿਆਰ ਬਣ ਗਿਆ। ਔਰ ਉਹ ਵੱਡਿਆਂ ਭਾਗਾਂ ਵਾਲੀਆਂ ਨੇ, ਉਹ ਸੁਹਾਗਣਾ ਨੇ, ਉਹ ਅਕਾਲ ਪੁਰਖ ਦੇ ਦਰ ਤੇ ਕਬੂਲੀਆਂ ਗਈਆਂ, ਪ੍ਰਵਾਨ ਹੋ ਗਈਆਂ। ਗੁਰੂ ਮਿਹਰ ਕਰਨ ਇਹ ਪਾਵਨ ਪਵਿੱਤਰ ਬੋਲ ਗੁਰੂ ਸਵਾਰੀ ਸਾਧ ਸੰਗਤ ਸਾਡੇ ਜੀਵਨ ਦਾ ਆਧਾਰ ਬਣ ਸਕਣ। ਹੋਈਆਂ ਬੇਅੰਤ ਭੁੱਲਾਂ ਨਾ ਚਿਤਾਰਨਾ। ਆਓ ਅਖੀਰ ਵਿੱਚ ਇਹਨਾਂ ਪਾਵਨ ਪੰਕਤੀਆਂ ਨੂੰ ਸਰਵਣ ਕਰ ਸਮਾਪਤੀ ਕਰੀਏ ਜੀ। ਨਾਨਕ ਧਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਕਰੀਏ ਗੁਰ ਵਿਚਾਰ, ਨਾਨਕ
ਹਰੀ